ਧੰਨ ਵਾਹਿਗੁਰੂ ਜੀ। ਤਿਲੰਗ ਮਹਲਾ ਨੌਵਾਂ। ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ। ਕਹਿਓ ਮਾਨ ਲੈ ਮੇਰੋ, ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ। ਕਹਿਓ ਮਾਨ ਲੈ ਮੇਰੋ ਰਹਾਉ। ਸੰਪਤ ਰਥ ਧਨ ਰਾਜ ਸਿਉ, ਅਤ ਨੇਹ ਲਗਾਇਓ। ਕਾਲ ਫਾਸ ਜਬ ਗਲ ਪਰੀ, ਸਭ ਭਇਓ ਪਰਾਇਓ। ਜਾਨ ਬੂਝ ਕੇ ਬਾਵਰੇ, ਤੈਂ ਕਾਜ ਬਿਗਾਰਿਓ। ਪਾਪ ਕਰਤ ਸੁਖ ਚੋ ਨਹੀਂ, ਨਹਿ ਗਰਭ ਨਿਵਾਰਿਓ। ਜਿਹ ਬੇਦ ਗੁਰ ਉਪਦੇਸਿਆ, ਸੋ ਸੁਨ ਰੇ ਭਾਈ। ਨਾਨਕ ਕਹਿਤ ਪੁਕਾਰ ਕੈ, ਗਹੁ ਪ੍ਰਭ ਸਰਨਾਈ। ਜਿਹ ਬੇਦ ਗੁਰ ਉਪਦੇਸਿਆ, ਸੋ ਸੁਨ ਰੇ ਭਾਈ। ਨਾਨਕ ਕਹਿਤ ਪੁਕਾਰ ਕੈ, ਗਹੁ ਪ੍ਰਭ ਸਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਦੀਨ ਦੁਨੀ ਦੇ ਮਾਲਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਅਤੇ ਸਤਿਗੁਰੂ ਦੀ ਮੁਬਾਰਕ ਬਾਣੀ ਨਾਲ ਸਾਂਝ ਬਣਾਉਣ ਦਾ ਇਹ ਸੁਭਾਗ ਸਮਾਂ ਆਪਾਂ ਸਭਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਦੀ ਉਚਾਰਨ ਕੀਤੀ ਹੋਈ ਮੁਬਾਰਕ ਬਾਣੀ ਦੀ ਜੋ ਆਪਾਂ ਲੜੀਵਾਰ ਕਥਾ ਵਿਚਾਰ ਸਤਿਗੁਰੂ ਦੇ ਪਾਵਨ ਉਪਦੇਸ਼ ਨੂੰ ਸਮਝਣ ਦਾ, ਵਿਚਾਰਨ ਦਾ ਉਦਮ ਯਤਨ ਕਰ ਰਹੇ ਹਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤਿਲੰਗ ਰਾਗ ਵਿੱਚ ਕੁੱਲ 3 ਸ਼ਬਦ ਦਰਜ ਹਨ, ਜਿਸ ਵਿੱਚੋਂ ਆਪ ਜੀ ਨੇ ਇਹ ਤੀਸਰੇ ਸ਼ਬਦ ਦਾ ਪਾਠ ਸ਼ਰਵਣ ਕੀਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 727 ਉੱਪਰ ਇਹ ਮੁਬਾਰਕ ਸ਼ਬਦ ਸੁਭਾਇਮਾਨ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਮੁਬਾਰਕ ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ ਮਨੁੱਖ ਨੂੰ ਪ੍ਰੇਰਣਾਮਈ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜਿਹੜੀ ਚੀਜ਼ ਹਰ ਵੇਲੇ ਹਰ ਵਕਤ ਸਾਡੇ ਕੰਮ ਆਉਂਦੀ ਹੋਵੇ, ਉਹੀ ਸਾਡੀ ਅਸਲ ਸਹਾਇਕ ਹੁੰਦੀ ਹੈ, ਸਾਡੀ ਅਸਲ ਮਿੱਤਰ ਹੁੰਦੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇੱਕ ਮੁਬਾਰਕ ਸ਼ਬਦ ਹੈ ਰਾਗ ਸੂਹੀ ਦੇ ਵਿੱਚ,
ਤੇ ਜਨਮ ਸਾਖੀਆਂ ਦੀ ਉਥਾਨਕਾ ਲਿਖਣ ਵਾਲਿਆਂ ਨੇ, ਸਾਖੀਕਾਰਾਂ ਨੇ ਬੜਾ ਪਿਆਰਾ ਇੱਕ ਜ਼ਿਕਰ ਕੀਤਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਤੁਲੰਬਾ ਨਗਰ ਵਿੱਚ ਜਾਂਦੇ ਹਨ। ਇੱਥੇ ਇੱਕ ਸੱਜਣ ਨਾਮੀ ਵਿਅਕਤੀ ਰਹਿੰਦਾ ਹੈ। ਕੁਝ ਕੁ ਥੋੜ੍ਹੇ ਜਿਹੇ, ਬਿਲਕੁਲ ਥੋੜ੍ਹੇ ਜਿਹੇ ਲੋਕ ਉਸ ਨੂੰ ਠੱਗ ਆਖਦੇ ਹਨ। ਬਹੁਤਾਤ ਲੋਕ ਉਸ ਨੂੰ ਸ਼ੇਖ ਸੱਜਣ ਜਾਂ ਸੱਜਣ ਦੇ ਨਾਮ ਨਾਲ ਜਾਣਦੇ ਹਨ। ਉਸ ਨੇ ਇੱਕ ਬੜਾ ਵਿਖਾਵੇ ਵਾਲਾ ਬਹੁਤ ਵੱਡਾ ਇੱਕ ਪ੍ਰਭਾਵ ਸਿਰਜ ਰੱਖਿਆ ਹੋਇਆ ਹੈ, ਜਿਸ ਵਿੱਚ ਇਹ ਹੈ ਕਿ ਉਹ ਲੋਕਾਂ ਦੀ ਮਦਦ ਕਰਦਾ ਹੈ, ਮੁਸਾਫਰਾਂ ਦੀ ਸਹਾਇਤਾ ਕਰਦਾ ਹੈ, ਸਰਾਂ ਵਿੱਚ ਰਹਿਣ ਨੂੰ ਥਾਂ ਦਿੰਦਾ ਹੈ, ਹੋਰ ਬਹੁਤ ਕੁਝ। ਪਰ ਕੁਝ ਪਰਸੈਂਟ ਗਿਣਤੀ ਦੇ ਲੋਕਾਂ ਦਾ ਮੰਨਣਾ ਹੈ ਕਿ ਇਹ ਮਨੁੱਖ ਇਹ ਸਾਰਾ ਕੁਝ ਕਰਦਿਆਂ ਹੋਇਆਂ ਨਾਲ ਨਾਲ ਇਹਨਾਂ ਚੀਜ਼ਾਂ ਦੇ ਰਾਹੀਂ ਆਮ ਸਧਾਰਨ ਲੋਕਾਂ ਨਾਲ ਠੱਗੀਆਂ ਮਾਰਦਾ ਹੈ। ਖਿਆਲ ਵਿੱਚ ਰਹੇ, ਚੋਰ ਨੂੰ ਫੜਨਾ ਸੌਖਾ ਹੈ, ਠੱਗ ਨੂੰ ਫੜਨਾ ਬਹੁਤ ਔਖਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਉੱਥੇ ਜਾਣਾ, ਭਾਈ ਮਰਦਾਨਾ ਜੀ ਸਹਿਤ ਤੇ ਉਪਦੇਸ਼ ਦੇਣਾ। ਉਪਦੇਸ਼ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸ਼ਲੋਕ ਸ਼ਬਦ ਦੇ ਰੂਪ ਵਿੱਚ ਦਿੱਤਾ ਹੈ, ਉਹ ਸ਼ਬਦ ਇੱਥੇ ਦਰਜ ਕੀਤਾ ਹੈ ਸਾਖੀਕਾਰਾਂ ਨੇ ਕਿ ਸੂਹੀ ਰਾਗ ਦਾ ਇਹ ਸ਼ਬਦ, ਭਾਵ ਇਹ ਉਪਦੇਸ਼ ਮਹਾਰਾਜ ਨੇ ਉੱਥੇ ਦਿੱਤਾ। ਇਸ ਸ਼ਬਦ ਦਾ ਜਿਹੜਾ ਪਹਿਲਾ ਬੰਦ ਹੈ, ਊਜਲ ਕਹਿਹਾਂ ਚਿਲਕਣਾ ਘੋਟਿਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੈ ਜੇ 100 ਧੋਵਾਂ ਤਿਸ। ਸਾਰੇ ਸ਼ਬਦ ਵਿੱਚ ਵੱਖਰੀਆਂ ਵੱਖਰੀਆਂ ਉਦਾਹਰਨਾਂ ਨੇ, ਪਰ ਰਹਾਉ ਦੇ ਬੰਦ ਵਿੱਚ ਬੜੀ ਬਾ ਕਮਾਲ ਸਤਿਗੁਰੂ ਜੀ ਨੇ ਇੱਕ ਵਿਚਾਰ ਸਾਡੇ ਸਨਮੁਖ ਰੱਖੀ। ਸੱਜਣ ਸੇਈ ਨਾਲ ਮੈਂ, ਚਲਦਿਆਂ ਨਾਲ ਚੱਲਣ। ਸੱਜਣ ਸਹੀ ਦਾ ਮਿੱਤਰ ਹੈ, ਭਾਵ ਹੈ ਮਿੱਤਰ ਉਹੀ ਨੇ ਸਾਡੇ ਅਸਲ ਸਹਾਇਕ, ਮਿੱਤਰ ਉਹੀ ਨੇ, ਫਰੈਂਡ ਉਹੀ ਨੇ। ਨਾਲ ਮੈਂ, ਜਿਹੜੇ ਮੇਰੇ ਹਰ ਵੇਲੇ ਨਾਲ ਰਹਿੰਦੇ ਹਨ, ਭਾਵ ਨਿਭਦੇ ਹਨ। ਜਿਹੜੇ ਚਲਦਿਆਂ ਨਾਲ ਚੱਲਣ, ਜ਼ਿੰਦਗੀ ਦੇ ਪੈਂਡੇ ਨੂੰ ਤੈਅ ਕਰਦਿਆਂ, ਜੀਵਨ ਦਾ ਸਫ਼ਰ ਤੈਅ ਕਰਦਿਆਂ ਜਿਹੜੇ ਮੇਰੇ ਨਾਲ ਨਾਲ ਚੱਲਦੇ ਨੇ, ਭਾਵ ਜਿਹੜੇ ਮੇਰੇ ਜੀਵਨ ਜਿਉਣ ਲਈ ਸਹਾਇਕ ਨੇ, ਮਦਦਗਾਰ ਨੇ, ਮੇਰੇ ਜੀਵਨ ਸਫ਼ਰ ਨੂੰ ਜਿਹੜੇ ਪ੍ਰਭਾਵਿਤ ਕਰਦੇ ਨੇ, ਉਹੀ ਅਸਲ ਵਿੱਚ ਮੇਰੇ ਮਿੱਤਰ ਨੇ। ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚੱਲਣ। ਤੇ ਅਗਲਾ ਵਿਚਾਰ ਦਿੱਤਾ ਹੈ, ਜਿੱਥੈ ਲੇਖਾ ਮੰਗੀਐ। ਲੇਖਾ ਮੰਗੀਐ ਦਾ ਮਤਲਬ ਹੈ ਵੀ ਅਸੀਂ ਕੀ ਹਾਂ, ਜਿੱਥੇ ਇਸ ਗੱਲ ਦਾ ਫੈਸਲਾ ਹੋਣਾ ਹੋਵੇ, ਜਿੱਥੇ ਇਸ ਗੱਲ ਦਾ ਨਿਰਣਾ ਹੋਣਾ ਹੋਵੇ, ਜਿੱਥੇ ਇਸ ਗੱਲ ਦਾ ਰਿਜ਼ਲਟ ਨਿਕਲਣਾ ਹੋਵੇ ਵੀ ਅਸੀਂ ਕੀ ਹਾਂ। ਸਤਿਗੁਰੂ ਜੀ ਆਖਦੇ ਨੇ, ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸਣ। ਉਹ ਉੱਥੇ ਤੁਹਾਡੇ ਗਵਾਹ ਬਣ ਕੇ, ਤੁਹਾਡੇ ਹੱਕ ਵਿੱਚ ਸ਼ਹਾਦਤ ਦੇਣ ਲਈ, ਗਵਾਹੀ ਦੇਣ ਲਈ ਉਹ ਉੱਥੇ ਖੜੇ ਹੋਏ ਹੋਣ। ਉੱਥੇ ਉਹ ਤੁਹਾਡਾ ਰਿਜ਼ਲਟ ਕੱਢਣ ਵੀ ਇਹ ਹੈ। ਹੁਣ ਚੇਤੇ ਵਿੱਚ ਰੱਖਿਓ, ਆਪਣੇ ਆਪ ਲਈ ਹਰ ਮਨੁੱਖ ਆਪਣੇ ਆਪ ਨੂੰ ਚੰਗਾ ਦੱਸਣ ਦਾ ਫੈਸਲਾ ਹੀ ਸੁਣਾਉਂਦਾ। ਅਸੀਂ ਫੈਸਲਾ ਕਰਦੇ ਹਾਂ ਕਿ ਮੈਂ ਧਰਮੀ ਹਾਂ, ਅਸੀਂ ਖੁਦ ਬਾਰੇ ਫੈਸਲਾ ਸੁਣਾਉਂਦੇ ਹਾਂ ਕਿ ਮੈਂ ਇਮਾਨਦਾਰ ਹਾਂ, ਅਸੀਂ ਖੁਦ ਬਾਰੇ ਫੈਸਲਾ ਸੰਸਾਰ ਨੂੰ ਦਿੰਦੇ ਹਾਂ, ਜੱਜਮੈਂਟ ਦਿੰਦੇ ਹਾਂ ਵੀ ਮੈਂ ਭਲਾ ਹਾਂ। ਪਰ ਖਿਆਲ ਵਿੱਚ ਰਹੇ, ਅਸਲ ਗਵਾਹੀ ਸਾਡੀ ਜ਼ਬਾਨ ਨਾਲੋਂ ਕਿਹੜੀ ਚੀਜ਼ ਦੀ ਮੰਨੀ ਜਾਏਗੀ? ਸਾਡੇ ਕਰਮ ਦੀ। ਸਾਡਾ ਕਰਮ ਸਹੀ ਅਰਥਾਂ ਵਿੱਚ ਸਾਡੀ ਜ਼ਬਾਨ ਦੀ ਗਵਾਹੀ ਭਰੇਗਾ ਤੇ ਤਾਂ ਅਸੀਂ ਜੋ ਕਹਿਆ ਹੈ, ਜੋ ਆਪਣੇ ਬਾਰੇ ਜੱਜਮੈਂਟ ਦਿੱਤੀ ਹੈ, ਜੋ ਆਪਣੇ ਬਾਰੇ ਫੈਸਲਾ ਤੇ ਨਿਰਣਾ ਸੁਣਾਇਆ ਹੈ, ਉਹ ਤਾਂ ਸਹੀ ਹੋਵੇਗਾ। ਦੁਨੀਆ ਦੀਆਂ ਅਦਾਲਤਾਂ ਦਾ ਵੀ ਤਾਂ ਇਹੀ ਦਸਤੂਰ ਹੈ। ਉੱਥੇ ਮਨੁੱਖ ਕਹਿੰਦਾ ਹੈ ਜੀ ਮੈਂ ਸਹੀ ਹਾਂ, ਪਰ ਸਬੂਤ, ਗਵਾਹ ਜਿੰਨਾ ਚਿਰ ਤੁਹਾਡੇ ਪੱਖ ਵਿੱਚ ਨਹੀਂ ਹੁੰਦੇ, ਉਹਨਾਂ ਚਿਰ ਦੁਨਿਆਵੀ ਅਦਾਲਤ ਵੀ ਤੁਹਾਡੀ ਜ਼ਬਾਨ ਦੇ ਬੋਲਾਂ ਨੂੰ ਸੁਣ ਕੇ ਸੱਚ ਨਹੀਂ ਮੰਨਦੀ। ਸਤਿਗੁਰੂ ਗੁਰੂ ਨਾਨਕ ਮਹਾਰਾਜ ਨੇ ਬਚਨ ਉੱਥੇ ਸੁਣਾਇਆ ਹੈ ਵੀ ਕਰਮ ਜਿਹੜਾ ਹੈ ਨਾ, ਕਰਮ ਉਹ ਤੁਹਾਡਾ ਅਸਲ ਮਿੱਤਰ ਹੈ। ਪਰ ਹੁਣ ਅੱਗੇ ਥੋੜ੍ਹਾ ਜਿਹਾ ਤੁਰੀਏ ਵੀ ਕਰਮ ਜਿਹੜਾ ਹੈ, ਕਰਮ ਦੀ ਹੋਂਦ ਕਿਵੇਂ ਬਣਦੀ ਹੈ। ਐਸਾ ਤਾਂ ਹੈ ਨਹੀਂ ਵੀ ਮਨੁੱਖ ਚਾਹਵੇ ਵੀ ਮੈਂ ਚੰਗਾ ਕੰਮ ਕਰ ਲਵਾਂ ਤਾਂ ਇੰਨੇ ਨਾਲ ਹੀ ਚੰਗਾ ਕਰ ਲਏ।
ਕਰਮ ਦੀ ਸਿਰਜਣਾ ਵੀ, ਕਰਮ ਦੀ ਬਣਾਵਟ ਵੀ ਕਿਤੇ ਬਣਦੀ। ਕਰਮ ਵੀ ਕਿਸੇ ਚੀਜ਼ ਵਿੱਚੋਂ ਉਤਪੰਨ ਹੁੰਦਾ ਹੈ। ਉਹ ਹੈ ਤੁਹਾਡੀ ਸੁਰਤ ਉੱਤੇ ਕਿਹੜੀ ਚੀਜ਼ ਦਾ ਪ੍ਰਭਾਵ ਹੈ। ਕਰਮ ਨੂੰ ਜਨਮ ਕਿਹੜੀ ਚੀਜ਼ ਦਿੰਦੀ ਹੈ? ਤੁਹਾਡੀ ਸੁਰਤ। ਜੇ ਹੀ ਸੁਰਤ ਤੇ ਹੈ ਰਾਹ ਜਾਏ। ਜੇ ਸੁਰਤ ਦੇ ਉੱਤੇ ਔਗਣਾਂ ਦਾ ਪ੍ਰਭਾਵ ਹੈ ਤਾਂ ਕਰਮ ਔਗਣਾਂ ਦੇ ਪ੍ਰਭਾਵ ਵਾਲੇ ਹੀ ਹੋਣਗੇ। ਜੇ ਸੁਰਤ ਉੱਤੇ ਗੁਣਾਂ ਦਾ ਪ੍ਰਭਾਵ ਹੈ ਤਾਂ ਤੁਹਾਡਾ ਕਰਮ ਵੀ ਗੁਣ ਤੋਂ ਪ੍ਰਭਾਵਿਤ ਹੋਏਗਾ। ਸੁਰਤ ਵਿੱਚ ਪਾਪ ਹੈ ਤਾਂ ਕਰਮ ਪਾਪ ਤੋਂ ਮੁਕਤ ਨਹੀਂ ਹੋਏਗਾ। ਅਤੇ ਜੇ ਸੁਰਤ ਵਿੱਚ ਧਰਮ ਹੈ, ਸੱਚ ਹੈ, ਅਸੂਲ ਹੈ, ਪਾਕੀਜ਼ਗੀ ਅਤੇ ਪਵਿੱਤਰਤਾ ਹੈ ਤਾਂ ਫਿਰ ਤੁਹਾਡਾ ਕਰਮ ਵੀ ਪਵਿੱਤਰ, ਪਾਕੀਜ਼ਗੀ ਵਾਲਾ, ਧਰਮ ਵਾਲਾ, ਅਸੂਲ ਵਾਲਾ, ਨੇਕੀ ਅਤੇ ਭਲੇ ਵਾਲਾ ਹੋਏਗਾ। ਯਾਨੀ ਕਿ ਜਿਹੜਾ ਸਤਿਗੁਰੂ ਮਹਾਰਾਜ ਨੇ ਮੰਨਿਆ ਵੀ ਕਰਮ ਦੀ ਸਿਰਜਣਾ ਵੀ ਸਾਡੇ ਅੰਦਰ ਹੁੰਦੀ ਹੈ, ਸਰੀਰ ਬਾਅਦ ਵਿੱਚ ਕਰਦਾ। ਨਹੀਂ ਤਾਂ ਇਹ ਵੀ ਤਾਂ ਹੋ ਸਕਦਾ ਹੈ ਨਾ ਵੀ ਮਨੁੱਖ ਵਿਖਾਵੇ ਲਈ ਵੀ ਕਈ ਵਾਰ ਅੰਦਰੋਂ ਚੰਗਾ ਨਹੀਂ ਹੁੰਦਾ, ਵਿਖਾਵੇ ਲਈ ਕਰਮ ਕਰਦਾ। ਆਪਣੇ ਪਾਪ ਨੂੰ ਢੱਕਣ ਵਾਸਤੇ ਉਹਨੂੰ ਕਰਨਾ ਪੈਂਦਾ, ਚਾਰਾਜੋਈ ਕਰਦਾ ਇੱਕ। ਤਾਂ ਉਹ ਕਰਮ ਵੀ ਪਵਿੱਤਰ ਕਰਮ ਨਹੀਂ ਮੰਨਿਆ ਜਾਂਦਾ ਧਰਮ ਦੇ ਖੇਤਰ ਵਿੱਚ। ਜਦੋਂ ਕਿ ਸਤਿਗੁਰੂ ਬਾਣੀ 'ਚ ਇਹ ਕਹਿੰਦੇ ਨਾ, ਹਰਿ ਕੋ ਨਾਮ ਜਪ ਨਿਰਮਲ ਕਰਮ। ਨਿਰਮਲ ਕਰਮ ਦਾ ਮਤਲਬ ਇਹ ਹੈ ਵੀ ਨਿਰਮਲ ਸੋਚ ਵਿੱਚੋਂ ਹੀ ਉਹ ਕਰਮ ਨਿਕਲਿਆ ਹੋਇਆ ਹੋਵੇ, ਪਖੰਡ ਅਤੇ ਭਰਮ ਦੀ ਬਿਰਤੀ ਵਿੱਚੋਂ ਨਾ ਨਿਕਲਿਆ ਹੋਇਆ ਹੋਵੇ। ਇਹ ਬੜਾ ਜ਼ਰੂਰੀ ਪੱਖ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਸੇ ਕਰਕੇ ਮੰਨਿਆ ਵੀ ਤੁਹਾਡਾ ਉਹ ਕਰਮ ਤੁਹਾਡਾ ਗਵਾਹ ਬਣਦਾ ਹੈ, ਪਰ ਉਹ ਕਰਮ ਜਿਸ ਨੂੰ ਤੁਸੀਂ ਕਮਾਇਆ ਹੋਇਆ, ਜਿਹੜਾ ਤੁਹਾਡੀ ਪਵਿੱਤਰ ਸੋਚ ਵਿੱਚੋਂ ਨਿਕਲਿਆ, ਜਿਹੜੀ ਤੁਹਾਡੀ ਅੰਦਰ ਦੀ ਸੁਚੱਜੀ ਸੁਰਤ ਦੇ ਵਿੱਚੋਂ ਨਿਕਲਿਆ, ਸਾਹਿਬ ਸਤਿਗੁਰੂ ਮਹਾਰਾਜ ਉਸ ਨੂੰ ਸਹੀ ਸਾਥੀ ਪ੍ਰਵਾਨ ਕਰਦੇ ਨੇ। ਉਹ ਤੁਹਾਡਾ ਅਸਲ ਸਾਥੀ ਹੈ, ਤੁਹਾਡਾ ਅਸਲ ਮਿੱਤਰ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਵਾਕ ਆਉਂਦਾ ਹੈ ਜਿਸ ਵਿੱਚ ਸਾਹਿਬ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਫਰਮਾਇਆ, ਕਹਿੰਦੇ ਵੀ ਜਿਹੜੇ ਰੱਬੀ ਪਿਆਰੇ ਨਾ, ਚੇਤੇ ਵਿੱਚ ਰੱਖੀ ਜਿਹੜਾ ਭਗਤ ਹੈ, ਗੁਰਮੁਖ ਹੈ, ਇਹ ਮਾਡਲ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਇਹ ਮਾਡਲ ਹੈ ਵੀ ਮੈਂ ਗੁਰੂ ਸਾਹਿਬ ਦੇ ਕੋਲ ਆ ਕੇ ਆਖਾਂ, ਸਤਿਗੁਰੂ ਜੀ, ਜੇ ਮੈਂ ਆਪਣਾ ਆਪ ਤੁਹਾਨੂੰ ਸਮਰਪਿਤ ਕਰਦੇ ਹਾਂ ਤਾਂ ਤੁਸੀਂ ਮੈਨੂੰ ਕਿਹੋ ਜਿਹਾ ਬਣਾਓਗੇ? ਕੀ ਮਾਡਲ ਹੈ ਤੁਹਾਡੇ ਕੋਲ? ਤਾਂ ਗੁਰੂ ਦੇ ਕੋਲ ਭਗਤ ਦਾ ਮਾਡਲ ਹੈ, ਗੁਰਮੁਖ ਦਾ ਮਾਡਲ ਹੈ, ਸੰਤ ਦਾ ਮਾਡਲ ਹੈ। ਸਤਿਗੁਰੂ ਸਾਨੂੰ ਕੀ ਬਣਾਉਣਾ ਚਾਹੁੰਦੇ ਨੇ? ਸੰਤ, ਗੁਰਮੁਖ, ਭਗਤ। ਅਤੇ ਭਗਤ ਗੁਰਮੁਖ ਦਾ ਮਾਡਲ ਕਿਹੋ ਜਿਹਾ ਹੈ? ਸਤਿਗੁਰੂ ਨੇ ਬੜੀ ਵਿਆਖਿਆ, ਐਕਸਪਲੇਨੇਸ਼ਨ ਸਮੁੱਚੀ ਬਾਣੀ ਦੇ ਵਿੱਚ ਦਿੱਤੀ। ਉਹਦੇ ਵਿੱਚੋਂ ਇੱਕ ਸਤਿਗੁਰੂ ਮਹਾਰਾਜ ਦਾ ਨੁਕਤਾ ਵੀ ਭਗਤ ਦਾ ਜੀਵਨ ਕੀ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਮਰਪਿਤ ਹੋਏ ਜੀਵ ਦਾ ਜੀਵਨ ਕੀ ਹੈ, ਅਤੇ ਉਹ ਆਪਣੇ ਜੀਵਨ ਸਫ਼ਰ ਵਿੱਚ ਕਿਹੜੀ ਚੀਜ਼ ਨੂੰ ਵਰਤਦਾ ਹੈ, ਕਿਹੜੀ ਚੀਜ਼ ਨੂੰ ਖਰਚਦਾ ਹੈ। ਖਿਆਲ ਵਿੱਚ ਰਹੇ, ਅਸੀਂ ਖਰਚਾਂਗੇ ਉਹੀ ਜੋ ਸਾਡੇ ਕੋਲ ਹੈ, ਸਾਡੇ ਕੋਲ ਹੈ ਜੋ ਅਸੀਂ ਉਸੇ ਨੂੰ, ਕਿਤੇ ਅਸੀਂ ਜਾਂਦੇ ਹਾਂ ਤਾਂ ਆਪਣੇ ਸਫ਼ਰ ਦੇ ਦੌਰਾਨ ਅਸੀਂ ਆਪਣੀ ਲੋੜ ਨੂੰ ਪੂਰੀਆਂ ਕਰਨ ਵਾਸਤੇ ਕੁਝ ਖਰਚਦੇ ਹਾਂ, ਤਾਂ ਉਹੀ ਖਰਚ ਸਕਦੇ ਹਾਂ ਜੋ ਅਸੀਂ ਘਰੋਂ ਲੈ ਕੇ ਤੁਰੇ ਹਾਂ। ਮਹਾਰਾਜ ਆਪਣੀ ਮੁਬਾਰਕ ਬਾਣੀ ਵਿੱਚ ਆਖਦੇ ਨੇ, ਗੁਣ ਨਿਧਾਨ ਭਗਤਨ ਕਉ ਬਰਤਨ ਬਿਰਲਾ ਪਾਵੈ ਕੋਈ। ਸਤਿਗੁਰੂ ਆਖਦੇ ਨੇ ਜਿਹੜੇ ਭਗਤ ਨੇ, ਭਗਤਾਂ ਦਾ ਜਿਹੜਾ ਜੀਵਨ ਹੈ, ਉਹ ਜਿਹੜਾ ਜੀਵਨ ਜਿਉਂਦੇ ਨੇ, ਜੀਵਨ ਦੇ ਸਫ਼ਰ ਵਿੱਚ ਜਿਹੜੇ ਉਹ ਕਦਮ ਦਰ ਕਦਮ ਅੱਗੇ ਤੁਰਦੇ ਨੇ, ਜੀਵਨ ਦਾ ਸਫ਼ਰ ਤੈਅ ਕਰਦੇ ਨੇ, ਜੀਵਨ ਦੇ ਉਸ ਸਫ਼ਰ ਵਿੱਚ ਉਹਨਾਂ ਦੇ ਵਰਤਣ ਦੀ ਚੀਜ਼ ਕਿਹੜੀ ਹੈ? ਉਹ ਹੈ ਗੁਣ ਨਿਧਾਨ। ਗੁਣਾਂ ਦਾ ਖਜ਼ਾਨਾ ਅਕਾਲ ਪੁਰਖ ਪਰਮੇਸ਼ਰ ਉਹਨਾਂ ਦੇ ਵਰਤਣ ਦੀ ਵਸਤੂ ਹੈ। ਇਸ ਦਾਤ ਨੂੰ ਉਹ ਆਪਣੇ ਜੀਵਨ ਵਿੱਚ ਵਰਤਦੇ ਹਨ। ਸਤਿਗੁਰੂ ਮਹਾਰਾਜ ਦੀ ਮੁਬਾਰਕ ਬਾਣੀ ਨੂੰ ਥੋੜ੍ਹਾ ਹੋਰ ਗੌਰ ਨਾਲ ਪੜ੍ਹੀਏ ਤਾਂ ਗੁਰੂ ਸਾਹਿਬ ਦੀ ਬਾਣੀ ਵਿੱਚੋਂ ਇਹ ਤੱਥ ਉੱਭਰ ਕੇ ਸਾਹਮਣੇ ਆਉਂਦਾ ਹੈ। ਤੁਸੀਂ ਜੋ ਕਮਾਇਆ ਹੋਵੇ, ਜੋ ਤੁਹਾਡੇ ਕੋਲ ਹੋਵੇ, ਮੁਯੱਸਰ ਹੋਵੇ, ਤੁਸੀਂ ਉਸੇ ਨੂੰ ਹੀ ਲੋੜ ਪੈਣ ਦੇ ਉੱਤੇ ਵਰਤ ਸਕਦੇ ਹੋ, ਉਸੇ ਨੂੰ ਹੀ ਲੋੜ ਪੈਣ ਦੇ ਉੱਤੇ ਤੁਸੀਂ ਯੂਜ਼ ਕਰਦੇ ਹੋ।
ਜੇ ਮਨੁੱਖ ਨੇ ਆਪਣੇ ਜੀਵਨ ਦੇ ਅੰਦਰ ਕ੍ਰੋਧ ਹੀ ਇਕੱਠਾ ਕੀਤਾ ਹੈ ਤਾਂ ਹਰ ਵੇਲੇ ਉਹ ਜੋ ਵਰਤੇਗਾ ਉਹ ਕ੍ਰੋਧ ਵਾਲੇ ਸੁਭਾਅ ਦੀ ਹੀ ਵਰਤੋਂ ਕਰੇਗਾ। ਹੰਕਾਰ ਇਕੱਠਾ ਕੀਤਾ ਹੈ, ਹਰ ਵੇਲੇ ਅਹੰਕਾਰ ਦਾ ਹੀ ਵਿਖਾਵਾ ਕਰਦਾ ਰਹੇਗਾ। ਲੋਭ ਇਕੱਠਾ ਕੀਤਾ ਹੈ, ਲੋਭ ਦੇ ਔਗਣ ਨੂੰ ਹੀ ਆਪਣੇ ਜੀਵਨ ਵਿੱਚ ਵਰਤਦਾ ਰਹੇਗਾ। ਜਿਵੇਂ ਅਸੀਂ ਬਾਹਰੀ ਤੌਰ 'ਤੇ ਜੋ ਇਕੱਠਾ ਕੀਤਾ ਹੁੰਦਾ ਹੈ ਉਸੇ ਨੂੰ ਵਰਤਦੇ ਹਾਂ, ਉਹੀ ਸਾਡੀ ਪੂੰਜੀ ਹੁੰਦੀ ਹੈ। ਇਸੇ ਤਰ੍ਹਾਂ ਅਸੀਂ ਮਾਨਸਿਕ ਔਰ ਆਤਮਿਕ ਤੌਰ 'ਤੇ ਵੀ ਜੇ ਔਗਣ ਇਕੱਠੇ ਕੀਤੇ ਨੇ ਤਾਂ ਸਾਡੇ ਜੀਵਨ ਵਿੱਚੋਂ ਪ੍ਰਭਾਵ ਵੀ ਉਹਨਾਂ ਚੀਜ਼ਾਂ ਦਾ ਹੀ ਪਏਗਾ। ਉਹ ਚੀਜ਼ਾਂ ਹੀ ਕਰਮ ਦੇ ਰਾਹੀਂ ਪ੍ਰਗਟ ਹੋ ਕੇ ਬਾਹਰ ਦਿਸਣਗੀਆਂ। ਇਸ ਲਈ ਗੁਰੂ ਸਾਹਿਬ ਜੀ ਨੇ ਇਸ ਪੱਖ ਦੇ ਵਿੱਚ ਕਿਹਾ ਵੀ ਤੁਸੀਂ ਇਹ ਚਾਹੁੰਦੇ ਹੋ ਵੀ ਸਾਡਾ ਜੀਵਨ ਚੰਗਾ ਹੋਵੇ, ਅਸੀਂ ਚੰਗੇ ਤਰ੍ਹਾਂ ਜਾਣੇ ਜਾਈਏ, ਤਾਂ ਉਹਦੇ ਲਈ ਜ਼ਰੂਰੀ ਹੈ ਕਿ ਤੁਹਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਤੁਸੀਂ ਹੁਣ ਤੱਕ ਇਕੱਠਾ ਕੀ ਕੀਤਾ ਹੈ, ਤੁਸੀਂ ਹੁਣ ਤੱਕ ਬੀਜਿਆ ਕੀ ਹੈ। ਇਹ ਤਾਂ ਨਹੀਂ ਨਾ ਹੋ ਸਕਦਾ ਕਿ ਤੁਸੀਂ ਬੀਜ ਜ਼ਮੀਨ ਵਿੱਚ ਕੋਈ ਹੋਰ ਪਾਇਆ ਹੋਵੇ ਅਤੇ ਫਸਲ ਉਹਦੀ ਜਗ੍ਹਾ 'ਤੇ ਕੁਝ ਹੋਰ ਹੋ ਜਾਏ। ਬਾਬਾ ਫਰੀਦ ਸਾਹਿਬ ਇਸ ਨੂੰ ਇਵੇਂ ਬਿਆਨ ਕਰਦੇ ਨੇ, ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਜਾਂ ਜਿਸ ਨੂੰ ਸਹਿ ਬਾਣੀ 'ਚ ਕਹਿੰਦੇ ਬੀਜੈ ਵੇਖ, ਮੰਗੈ ਅੰਮ੍ਰਿਤ ਵੇਖੋ ਇਹ ਨਿਉ। ਇਹ ਮਨਮੁਖੀ ਜੀਵਨ ਦਾ ਸਤਿਗੁਰੂ ਨੇ ਵਿਹਾਰ ਦੱਸਿਆ। ਇਕੱਠਾ ਕੀ ਕਰਦਾ ਹੈ ਜ਼ਹਿਰ, ਪਰ ਚਾਹੁੰਦਾ ਹੈ ਵੀ ਸਵਾਦ ਅੰਮ੍ਰਿਤ ਵਰਗਾ ਹੋਏ, ਪ੍ਰਭਾਵ ਅੰਮ੍ਰਿਤ ਵਰਗਾ ਹੋਏ। ਅਤੇ ਸਤਿਗੁਰੂ ਕਹਿੰਦੇ ਨੇ ਜੋ ਤੂੰ ਚਾਹੁੰਦਾ ਹੈ ਨਾ ਵੀ ਫਲ ਵੀ ਉਹੋ ਜਿਹਾ ਹੋਏ, ਬੀਜ ਵੀ ਉਹੋ ਜਿਹਾ ਹੀ ਪਾਉਣਾ ਪਏਗਾ, ਉਹਦੇ ਅਕੋਰਡਿੰਗ ਹੀ ਚੱਲਣਾ ਪਏਗਾ। ਸਫ਼ਰ ਦੀ ਸ਼ੁਰੂਆਤ ਵੀ ਉਸੇ ਤੋਂ ਹੀ ਕਰਨੀ ਪਏਗੀ। ਹੁਣ ਸਤਿਗੁਰੂ ਮਹਾਰਾਜ ਜਦੋਂ ਇਹ ਬਚਨ ਕਹਿੰਦੇ ਨੇ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਹਰ ਜਸ ਰੇ ਮਨਾ ਗਾਏ ਲੈ, ਇਹ ਮੇਰੇ ਮਨ ਪਰਮੇਸ਼ਰ ਦੀ ਸਿਫਤ ਸਲਾਹ, ਪਰਮੇਸ਼ਰ ਦੇ ਗੁਣ, ਅਕਾਲ ਪੁਰਖ ਦੀ ਇਬਾਦਤ, ਉਸ ਅਕਾਲ ਪੁਰਖ ਦੇ ਰੱਬੀ ਗੁਣਾਂ ਨਾਲ ਜੁੜ। ਹੇ ਮੇਰੇ ਮਨ ਤੂੰ ਗੁਣ ਗਾ, ਇੱਕ ਸੁਰਤਾ ਹਾਸਲ ਕਰ। ਤਾਂ ਅੱਗੇ ਸ਼ਬਦ ਵਰਤੇ ਨੇ, ਜੋ ਸੰਗੀ ਹੈ ਤੇਰਾ ਅਸਲ ਸਹਾਇਕ, ਮਦਦਗਾਰ, ਵਰਤਣ ਵਾਲੀ ਚੀਜ਼, ਨਾਲ ਨਿਭਣ ਵਾਲੀ ਚੀਜ਼ ਇਹੋ ਹੀ ਹੈ ਜਿਹੜੀ ਤੇਰੀ ਸਹਾਇਤਾ ਕਰ ਸਕਦੀ ਹੈ, ਜਿਹੜੇ ਤੇਰੀ ਸੰਗੀ ਹੈ। ਅਤੇ ਤੈਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ, ਅਵਸਰ ਬੀਤਿਓ ਜਾਤ ਹੈ। ਅਵਸਰ ਦਾ ਮਤਲਬ ਹੈ ਸਮਾਂ, ਵਕਤ। ਜ਼ਿੰਦਗੀ ਦਾ ਇਹ ਸਮਾਂ, ਜ਼ਿੰਦਗੀ ਦਾ ਇਹ ਵਕਤ ਗੁਜ਼ਰਦਾ ਜਾ ਰਿਹਾ ਹੈ। ਜਿਸ ਨੂੰ ਬਾਣੀ 'ਚ ਕਿਹਾ ਨਾ ਸਤਿਗੁਰੂ ਨੇ, ਇਹ ਤੇਰਾ ਅਵਸਰ, ਇਹ ਤੇਰੀ ਬਾਰ, ਘਟ ਭੀਤਰ ਤੂੰ ਦੇਖ ਵਿਚਾਰ। ਇਹਦਾ ਮਤਲਬ ਹੈ ਮੌਕਾ। ਕਿਸੇ ਨੂੰ ਇੱਕ ਮੌਕਾ ਮਿਲਣਾ, ਕਿਸੇ ਨੂੰ ਇੱਕ ਟਾਈਮ ਪੀਰੀਅਡ ਮਿਲਣਾ, ਕਿਸੇ ਨੂੰ ਇੱਕ ਸਮਾਂ ਮਿਲਣਾ ਵੀ ਤੂੰ ਇਸ ਸਮੇਂ ਦੇ ਵਿੱਚ ਜੋ ਚਾਹੇ ਕਰ ਸਕਦਾ, ਜੋ ਚਾਹੇ ਵਰਤ ਸਕਦਾ। ਹੁਣ ਵੇਖੋ ਨਾ, ਇਹ ਉਵੇਂ ਦੀ ਖੇਡ ਹੈ ਜਿਵੇਂ ਕਿਸੇ ਬੱਚੇ ਨੂੰ ਪੈਸੇ ਦੇ ਕੇ ਟੈਸਟ ਕੀਤਾ ਗਿਆ। 2 ਬੱਚੇ ਸਨ ਅਤੇ ਦੋਵਾਂ ਨੂੰ ਇੱਕੋ ਜਿਹੇ ਪੈਸੇ ਦਿੱਤੇ ਗਏ। ਉਹਨਾਂ ਨੂੰ ਕਿਹਾ ਵੀ ਤੁਸੀਂ ਬਾਜ਼ਾਰ ਜਾਓ, ਭਲਾ ਕੀ ਖਰੀਦ ਕੇ ਲਿਆਉਂਦੇ ਹੋ, ਕਿਵੇਂ ਤੁਸੀਂ ਇਹਨਾਂ ਪੈਸਿਆਂ ਨੂੰ ਇਨਵੈਸਟ ਕਿੱਥੇ ਕਰਦੇ ਹੋ। ਇੱਕ ਬੱਚਾ ਸੀ, ਉਹਨੇ ਜਿਹੜੀ ਲੋੜੀਂਦੀ ਚੀਜ਼ ਸੀ ਨਾ ਸਾਡੇ ਲਈ ਸਭ ਤੋਂ ਜ਼ਰੂਰੀ, ਉਹ ਭੁੱਖੇ ਸਨ ਦੋਵੇਂ, ਇੱਕ ਨੇ ਰੋਟੀ ਖਰੀਦੀ, ਪ੍ਰਸ਼ਾਦਾ ਲੈ ਲਿਆ, ਦੂਜੇ ਨੇ ਖਿਡੌਣਾ ਲੈ ਲਿਆ। ਹੁਣ ਖਿਡੌਣੇ ਬਿਨਾਂ ਤਾਂ ਸਰ ਸਕਦਾ ਸੀ, ਪਰ ਰੋਟੀ ਬਿਨਾਂ ਨਹੀਂ ਸੀ ਸਰ ਸਕਦਾ। ਇੱਕ ਨੇ ਭੋਜਨ ਖਰੀਦ ਕੇ ਖਾਧਾ ਅਤੇ ਨਾਲ ਉਸਨੇ ਬਾਕੀਆਂ ਨੂੰ ਵੀ ਖਵਾਇਆ, ਆਖਿਆ ਭੋਜਨ ਤੋਂ ਬਿਨਾਂ ਆਪਾਂ ਨਹੀਂ ਜੀ ਸਕਾਂਗੇ, ਸਾਨੂੰ ਇਹ ਖਰੀਦ ਲੈਣਾ ਚਾਹੀਦਾ ਸੀ। ਦੂਜੇ ਨੇ ਜਿਹਨੇ ਖਿਡੌਣਾ ਖਰੀਦਿਆ ਸੀ, ਉਹ ਫਿਰ ਵੀ ਹੱਥ ਅੱਡ ਰਿਹਾ ਸੀ ਵੀ ਮੈਂ ਖਿਡੌਣਾ ਲੈ ਲਿਆ ਅਤੇ ਮੈਨੂੰ ਖਾਣ ਲਈ ਕੁਝ ਦੇ ਦਿਓ। ਹੁਣ ਪੈਸੇ ਦੋਵਾਂ ਨੇ ਖਰਚ ਕੀਤੇ। ਇੱਕ ਨੇ ਫਜ਼ੂਲ ਚੀਜ਼ ਦੇ ਉੱਤੇ ਕੀਤੇ ਜਿਹਦੇ ਤੋਂ ਬਿਨਾਂ ਸਰ ਸਕਦਾ ਹੈ, ਇੱਕ ਨੇ ਜ਼ਰੂਰੀ ਚੀਜ਼ ਉੱਤੇ ਕੀਤੇ ਜਿਸ ਤੋਂ ਬਿਨਾਂ ਸਰ ਨਹੀਂ ਸਕਦਾ, ਜੀਵਨ ਸਰੀਰ ਚੱਲ ਨਹੀਂ ਸਕਦਾ। ਹੁਣ ਦੋਵਾਂ ਦੇ ਕੋਲ ਇੱਕ ਮੌਕਾ ਸੀ, ਸਮਾਂ ਸੀ, ਚੀਜ਼ ਵਸਤੂ ਸੀ ਵੀ ਉਹਨੂੰ ਖਰਚ ਕੇ ਉਹ ਕੀ ਇਕੱਠਾ ਕਰਦੇ ਨੇ, ਉਹਨਾਂ ਦੀ ਇਨਵੈਸਟਮੈਂਟ ਕਿੱਥੇ ਹੁੰਦੀ ਹੈ। ਇਸੇ ਤਰ੍ਹਾਂ ਸਤਿਗੁਰੂ ਆਖਦੇ ਨੇ ਵੀ ਸਾਨੂੰ ਪਰਮੇਸ਼ਰ ਨੇ ਜਿਹੜੇ ਸਾਹ ਬਖਸ਼ੇ ਨੇ, ਜਿਹੜਾ ਜੀਵਨ ਦਾ ਸਮਾਂ ਦਿੱਤਾ ਹੈ, ਸਮਝੋ ਵੀ ਇਹ ਤੁਹਾਡੇ ਕੋਲ ਇੱਕ ਮੌਕਾ ਹੈ। ਤੁਸੀਂ ਇਹਨੂੰ ਕਿੱਥੇ ਇਨਵੈਸਟ ਕਰਦੇ ਹੋ, ਜੀਵਨ ਦੇ ਸਮੇਂ ਨੂੰ ਕਿਵੇਂ ਕਰਦੇ ਹੋ, ਕਿਵੇਂ ਵਰਤਦੇ ਹੋ, ਇਹ ਬੜੀ ਵੱਡੀ ਗੱਲ ਹੈ। ਤੋ ਸਤਿਗੁਰੂ ਬਾਰ-ਬਾਰ ਬਾਣੀ ਦੇ ਵਿੱਚ ਇਸੇ ਕਰਕੇ ਚੇਤੇ ਕਰਾਉਂਦੇ ਨੇ,
ਅਵਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਮੇਰਾ ਕਿਹਾ ਹੋਇਆ, ਦੱਸਿਆ ਹੋਇਆ ਮੰਨ ਲੈ, ਸੁਣ ਲੈ, ਸਮਝ ਲੈ ਕਿ ਤੇਰਾ ਇਹ ਅਵਸਰ, ਤੇਰਾ ਇਹ ਮੌਕਾ, ਤੇਰਾ ਇਹ ਸਮਾਂ ਜੀਵਨ ਦਾ ਬੀਤਦਾ ਤੁਰਿਆ ਜਾ ਰਿਹਾ ਹੈ, ਗੁਜ਼ਰਦਾ ਤੁਰਿਆ ਜਾ ਰਿਹਾ ਹੈ। ਇਸ ਦਾ ਕੁਝ ਚੇਤਾ ਕਰ, ਕੁਝ ਖਿਆਲ ਕਰ। ਤੋ ਪਾਤਸ਼ਾਹ ਜੀ ਅਗਲੇ ਬਚਨ ਵਿੱਚ ਆਖਦੇ ਨੇ, ਸੰਪਤ ਰਾਤ ਧਨ ਰਾਜ ਸਿਉ ਅਤ ਨੇ ਲਗਾਇਓ। ਸੰਪਤ ਦਾ ਮਤਲਬ ਹੈ ਸੰਪਤੀ, ਪਦਾਰਥ, ਦੌਲਤ, ਜਾਇਦਾਦ। ਰਾਤ ਦਾ ਮਤਲਬ ਹੈ ਚੰਗੀਆਂ ਸਵਾਰੀਆਂ। ਪੁਰਾਣੇ ਸਮੇਂ ਵਿੱਚ ਰਾਤ ਨੂੰ ਚੰਗੀ ਸਵਾਰੀ ਸਮਝਿਆ ਜਾਂਦਾ ਸੀ, ਕਿਸੇ ਵੀ ਕਿਸਮ ਦੀ ਸਵਾਰੀ ਹੋਵੇ। ਧਨ, ਦੌਲਤ, ਪੈਸਾ, ਕਰੰਸੀ। ਰਾਜ ਸਿਉ, ਰਾਜ ਦਾ ਮਤਲਬ ਹੈ ਕੋਈ ਸ਼ਾਹੀ ਠਾਠ ਬਾਠ ਹੋਣਾ, ਜਾਂ ਕੋਈ ਪਕੜ ਵਾਲੀ, ਕੰਟਰੋਲ ਵਾਲੀ ਤੁਹਾਡੇ ਕੋਲ ਐਸੀ ਪਦਵੀ ਹੋਣੀ ਜਿੱਥੇ ਤੁਸੀਂ ਕੁਝ ਕੰਟਰੋਲ ਕਰਦੇ ਹੋ ਕਿਸੇ ਚੀਜ਼ ਨੂੰ। ਸਤਿਗੁਰੂ ਮਹਾਰਾਜ ਕਹਿੰਦੇ ਨੇ ਐਸ਼ਵਰਯ, ਰਾਜ, ਸੱਤਾ, ਤਾਕਤ, ਕੰਟਰੋਲ, ਦੌਲਤ, ਸੰਪੱਤੀ, ਚੰਗੀਆਂ ਸਵਾਰੀਆਂ ਇਤਿਆਦਿਕ, ਇਹ ਸਾਰੀਆਂ ਚੀਜ਼ਾਂ ਅਤ ਨੇ ਲਗਾਇਓ। ਇਹਨਾਂ ਚੀਜ਼ਾਂ ਨਾਲ ਬਹੁਤ ਘਣਾ, ਬਹੁਤ ਡੂੰਘਾ, ਬਹੁਤ ਜ਼ਿਆਦਾ ਨੇ ਪਾ ਰੱਖਿਆ ਹੈ, ਸਾਂਝ ਬਣਾ ਰੱਖੀ ਹੈ। ਪਰ ਸਤਿਗੁਰੂ ਆਖਦੇ ਨੇ, ਕਾਲ ਫਾਸ ਜਬ ਗਲ ਭਰੀ ਸਭ ਭਇਓ ਪਰਾਇਓ। ਕਾਲ ਦਾ ਮਤਲਬ ਹੈ ਮੌਤ। ਜਦੋਂ ਮੌਤ ਦੀ ਫਾਹੀ ਗਲ ਪੈਂਦੀ ਹੈ, ਭਾਵ ਇਹ ਸਭ ਚੀਜ਼ਾਂ ਉਨਾ ਚਿਰ ਨੇ ਜਿੰਨਾ ਚਿਰ ਪ੍ਰਾਣ ਨੇ, ਜੀਵਨ ਹੈ। ਪਰ ਜਿਉਂ ਹੀ ਇਹ ਜੀਵਨ ਖਤਮ ਹੁੰਦਾ ਹੈ, ਇਹ ਸਭ ਪਰਾਇਆ ਹੋ ਜਾਂਦਾ। ਫਿਰ ਇਹਨਾਂ 'ਤੇ ਹੱਕ ਜਤਾਉਣ ਵਾਲਾ ਹੀ ਨਹੀਂ ਰਹਿੰਦਾ ਕੋਈ। ਕੀ ਮਨੁੱਖ ਨੂੰ ਜਦੋਂ ਇਹ ਪਤਾ ਲੱਗਣ ਲੱਗ ਜਾਏ ਵੀ ਹੁਣ ਮੇਰੇ ਸਾਹ ਨਿਕਲ ਰਹੇ ਨੇ, ਮੈਂ ਮਰ ਰਿਹਾ, ਜਾਂ ਕੋਈ ਆ ਕੇ ਕਹਿ ਦੇ ਵੀ ਤੇਰੇ ਕੋਲ ਇੰਨਾ ਸਮਾਂ ਹੈ, ਇਹ ਤੋਂ ਬਾਅਦ ਖਤਮ ਹੋ ਜਾਏਗਾ ਸਭ ਕੁਝ, ਕਿ ਉਸ ਵੇਲੇ ਮਨੁੱਖ ਨੂੰ ਇਹ ਖਿਆਲ ਰਹਿੰਦਾ ਵੀ ਮੇਰਾ ਇੰਨਾ ਕੁਝ ਹੈ, ਮੈਂ ਆਹ ਕਰਾਂਗਾ, ਮੈਂ ਉਹ ਕਰਾਂ। ਉਹਨੂੰ ਲੱਗਦਾ ਇਹ ਮੇਰੇ ਕਿਸੇ ਕੰਮ ਨਹੀਂ, ਇਹ ਚੀਜ਼ਾਂ ਮੈਨੂੰ ਬਚਾ ਨਹੀਂ ਸਕਣਗੀਆਂ, ਜੀਵਨ ਨਹੀਂ ਦੇ ਸਕਣਗੀਆਂ, ਤਸੱਲੀ ਨਹੀਂ ਦੇ ਸਕਣਗੀਆਂ। ਪਰ ਜਿਸ ਵੇਲੇ ਸਰੀਰ 'ਚੋਂ ਪ੍ਰਾਣ ਨਿਕਲ ਜਾਣ, ਯਾਨੀ ਕਿ ਡੈੱਡ ਹੋ ਜਾਏ ਮਨੁੱਖ, ਉਸ ਵੇਲੇ ਸਤਿਗੁਰੂ ਕਹਿੰਦੇ ਨੇ ਸਾਰਾ ਕੁਝ ਪਰਾਇਆ ਦਾ ਮਤਲਬ ਕਿਸੇ ਦੂਸਰੇ ਦਾ ਹੋ ਜਾਂਦਾ। ਕੰਟਰੋਲ ਹੀ ਹੈ ਨਾ। ਅੱਜ ਅਸੀਂ ਹਾਂ, ਪਹਿਲਾਂ ਕੋਈ ਹੋਰ ਸੀ, ਕੱਲ੍ਹ ਕੋਈ ਹੋਰ ਹੋਏਗਾ। ਇਹ ਚੀਜ਼ਾਂ ਦੀ ਮਾਲਕੀ ਇਸੇ ਤਰ੍ਹਾਂ ਬਦਲਦੀ ਰਹੀ ਹੈ, ਬਦਲ ਰਹੀ ਹੈ ਅਤੇ ਬਦਲਦੀ ਰਹੇਗੀ। ਇਸ ਬਾਬਤ ਬੜਾ ਪਿਆਰਾ ਵਾਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਹੈ, ਖਸਮ ਮਰੈ ਤਉ ਨਾਰ ਨ ਰੋਵੈ, ਉਸ ਰਖਵਾਰਾ ਔਰੋ ਹੋਵੈ, ਰਖਵਾਰੈ ਕਾ ਹੋਏ ਵਿਨਾਸ਼, ਆਗੈ ਨਰਕ ਇਹਾਂ ਭੋਗ ਬਿਲਾਸ। ਸਤਿਗੁਰੂ ਕਹਿੰਦੇ ਨੇ ਵੀ ਇਹਨਾਂ ਦੇ ਮਾਲਕ ਬਣਨ ਵਾਲੇ ਤਾਂ ਸੈਂਕੜੇ ਹੀ ਨੇ, ਅਣਗਿਣਤ। ਜੇ ਮਨੁੱਖ ਦਾ ਉਹ ਦੌਲਤ, ਆਪਾਂ ਵੇਖਿਆ ਸੰਸਾਰ 'ਚ ਐਸੇ ਲੋਕ ਜਿਨ੍ਹਾਂ ਦੀ ਬੇਬਹਾ ਦੌਲਤ ਹੈ, ਅਣਗਿਣਤ ਦੌਲਤ, ਅਤੇ ਜਦੋਂ ਉਸ ਦੌਲਤ ਦਾ ਕੰਟਰੋਲ ਕਰਨ ਵਾਲਾ ਕੰਟਰੋਲਰ ਦੁਨੀਆ ਤੋਂ ਚਲਿਆ ਜਾਂਦਾ ਤਾਂ ਪਿੱਛੇ ਪਰਿਵਾਰ, ਰਿਸ਼ਤੇਦਾਰ, ਸਕੇ, ਸੰਬੰਧੀ ਕਿਵੇਂ ਕਲੇਸ਼ ਕਰਦੇ ਨੇ, ਅਦਾਲਤਾਂ ਵਿੱਚ ਜਾਂਦੇ ਨੇ, ਧੜੇ ਬਣਾ ਕੇ ਲੜਦੇ ਨੇ ਵੀ ਮੇਰਾ ਹੱਕ ਹੈ, ਮੇਰਾ ਹੱਕ ਹੈ, ਮੇਰਾ ਹੱਕ ਹੈ। ਉਹ ਸਾਰੀਆਂ ਚੀਜ਼ਾਂ 'ਤੇ ਆਪਣੀ ਮਾਲਕੀ ਜਤਾਉਣ ਵਾਲਿਆਂ ਦਾ ਕੋਈ ਘਾਟਾ ਨਹੀਂ ਹੁੰਦਾ। ਨਕਲੀ ਰਿਸ਼ਤੇ ਵੀ ਖੜੇ ਹੋ ਜਾਂਦੇ ਨੇ, ਜਾਲੀ ਵਿਰਾਸਤਾਂ ਪੈਦਾ ਹੁੰਦੀਆਂ ਨੇ, ਜਾਲੀ ਵਾਰਸ ਵੀ ਉਪਜ ਪੈਂਦੇ ਨੇ। ਧੜਿਆਂ ਦੀ, ਤਾਕਤਾਂ ਦੀ, ਕਾਨੂੰਨ ਦੀ ਜ਼ੋਰ ਜ਼ਮਾਈ ਨਾਲ ਹਰ ਕੋਈ ਉਹਦੀ ਮਾਲਕੀ ਲੈ ਲੈਣਾ ਚਾਹੁੰਦਾ। ਪਦਾਰਥ ਦੀ ਮਾਲਕੀ ਵੱਲ ਹਰ ਇੱਕ ਦੇ ਅੰਦਰ ਲਾਲਸਾ ਹੁੰਦੀ ਹੈ। ਤੋ ਸਤਿਗੁਰੂ ਇਹੀ ਕਹਿੰਦੇ ਨੇ ਵੀ ਫਿਰ ਤਾਂ ਉਹ ਸਾਰਾ ਕੁਝ ਪਰਾਇਆ ਹੀ ਆ, ਦੂਜੇ ਦਾ। ਤੋ ਸਤਿਗੁਰੂ ਆਖਦੇ, ਜਾਨ ਬੂਝ ਕੈ ਬਾਵਰੇ ਤੈਂ ਕਾਜ ਬਿਗਾਰਿਓ। ਹੇ ਚੱਲੇ, ਮੋਹ ਵਿੱਚ ਝੱਲੇ ਹੋਏ ਮਨੁੱਖ, ਜਾਣ ਬੁੱਝ ਕੇ, ਚੇਤਨਾ ਹੁੰਦਿਆਂ, ਭਾਵ ਤੇਰੇ ਕੋਲ ਚੇਤਨਾ ਸੀ, ਚਿੰਤਨ ਕਰਨ ਦੀ ਸਮਰੱਥਾ ਸੀ, ਇਹ ਸਮਝ ਹੁੰਦਿਆਂ ਹੋਇਆਂ ਵੀ ਤੂੰ ਆਪਣੇ ਜੀਵਨ ਦਾ ਕਾਜ ਵਿਗਾੜ ਲਿਆ। ਮੋਹ ਵਿੱਚ ਮੁਬਤਲਾ ਹੋ ਕੇ, ਲੋਭ ਵਿੱਚ ਗ੍ਰਸਤ ਹੋ ਕੇ, ਹੰਕਾਰ ਦੇ ਰਾਹ ਤੁਰ ਕੇ ਤੂੰ ਆਪਣੀ ਜ਼ਿੰਦਗੀ ਨੂੰ ਵਕਾਰਾਂ ਦਾ ਵਾਜਾ ਬਣਾ ਕੇ, ਵਕਾਰਾਂ ਦੇ ਹੱਥ ਵਿੱਚ ਵੇਚ ਕੇ ਜੀਵਨ ਨੂੰ ਬਸ ਇਸ ਦੌੜ ਵਿੱਚ ਹੀ ਗਵਾ ਲਿਆ। ਅਤੇ ਸਤਿਗੁਰੂ ਆਖਦੇ ਨੇ, ਪਾਪ ਕਰਤ ਸੁਖਚਿਓ ਨਹੀਂ। ਇਹਦਾ ਪ੍ਰਭਾਵ ਕੀ ਪਿਆ ਵੀ ਪਾਪ ਕਰਦਿਆਂ ਤੂੰ ਸੰਕੋਚ ਨਹੀਂ ਕੀਤਾ, ਸੰਗ ਹੀ ਨਹੀਂ ਕੀਤੀ ਕਦੇ ਵੀ। ਗਲਤ ਹੈ। ਕਾਹਦੇ ਲਈ, ਕਿਉਂ ਕਰਨਾ ਹੈ? ਮੰਦਾ ਕਰਮ ਕਿਉਂ ਕਰਨਾ ਹੈ?
ਜਾਂ ਰਹਿਣਾ ਨਾਹੀਂ ਐਤ ਜਗ ਤਾਂ ਕਾਇਤ ਗਾਰਬ ਹੰਡੀਏ। ਕਦੇ ਤੇਰੇ ਅੰਦਰ ਇਹ ਖਿਆਲ, ਇਹ ਸੰਕੋਚ ਪੈਦਾ ਨਹੀਂ ਹੋਇਆ, ਸੰਗ ਪੈਦਾ ਨਹੀਂ ਹੋਈ ਪਾਪ ਕਰਨ ਤੋਂ। ਤੋ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਨਹਿ ਗਰਭ ਨਿਵਾਰਿਓ, ਨਾ ਕਦੇ ਤੂੰ ਆਪਣਾ ਹੰਕਾਰ ਨਿਵਾਰਿਆ, ਕਦੇ ਆਪਣੇ ਅੰਦਰ ਦਾ ਗੁਰੂਰ, ਆਪਣੇ ਅੰਦਰ ਦੀ ਈਗੋ ਵੀ ਬਾਹਰ ਨਹੀਂ ਕੱਢੀ, ਇਸ ਤੋਂ ਵੀ ਛੁਟਕਾਰਾ ਪਾਉਣ ਦਾ ਯਤਨ ਨਹੀਂ ਕੀਤਾ। ਜਿਨ੍ਹਾਂ ਚੀਜ਼ਾਂ ਦੇ ਬੇਸ 'ਤੇ ਤੇਰਾ ਹੰਕਾਰ ਖੜਾ ਹੈ, ਉਹ ਚੀਜ਼ਾਂ ਪਰਾਈਆਂ ਹੋ ਜਾਂਦੀਆਂ ਨੇ, ਮਿਟ ਜਾਂਦੀਆਂ ਨੇ। ਤੋ ਪਾਤਸ਼ਾਹ ਜੀ ਅਖੀਰਲੇ ਬਚਨ ਵਿੱਚ ਕਹਿੰਦੇ, ਜਿਹ ਬਿਦ ਗੁਰ ਉਪਦੇਸਿਆ ਸੋ ਸੁਨ ਰੇ ਭਾਈ। ਹੇ ਭਾਈ, ਇਸ ਗੱਲ ਨੂੰ ਧਿਆਨ ਨਾਲ ਸੁਣ। ਜਿਹੜੀ ਵਿਧੀ, ਜਿਸ ਤਰ੍ਹਾਂ ਸਤਿਗੁਰੂ ਨੇ ਉਪਦੇਸ਼ਿਆ ਹੈ, ਮੱਤ ਦਿੱਤੀ ਹੈ, ਹੇ ਭਾਈ ਉਸ ਨੂੰ ਸੁਣਨ ਦਾ ਯਤਨ ਕਰ। ਗੁਰੂ ਦੀ ਮੱਤ ਲੈ, ਸਤਿਗੁਰੂ ਦੇ ਪ੍ਰਭਾਵ ਵਿੱਚ ਜੀ, ਸਤਿਗੁਰੂ ਦੇ ਨਾਲ ਸਾਂਝ ਬਣਾ ਕੇ ਜੀ, ਉਸ ਨੂੰ ਸੁਣ। ਉਹ ਕੀ ਹੈ? ਸਤਿਗੁਰੂ ਆਖਦੇ ਨੇ, ਨਾਨਕ ਕਹਿਤ ਪੁਕਾਰ ਕੈ ਗਉ ਪ੍ਰਭ ਸ਼ਰਨਾਈ। ਮਹਾਰਾਜ ਕਹਿੰਦੇ ਨੇ ਪੁਕਾਰ ਕੇ। ਪੁਕਾਰ ਦਾ ਮਤਲਬ ਹੁੰਦਾ ਕੋਈ ਬੰਦਾ ਗਰਕ ਰਿਹਾ ਹੋਵੇ ਤੇ ਉਹਨੂੰ ਉੱਚੀ ਉੱਚੀ ਆਵਾਜ਼ ਦੇਣੀ ਵੀ ਰੁਕ ਜਾ ਰੁਕ ਜਾ। ਪੁਕਾਰ ਦਾ ਇੱਕ ਆਪਣਾ ਹੀ ਪ੍ਰਭਾਵ ਹੁੰਦਾ। ਇੱਕ ਹੁੰਦਾ ਸਹਿਜ ਨਾਲ ਕਿਸੇ ਨਾਲ ਗੱਲ ਕਰਨੀ, ਵੀ ਉਹਨੂੰ ਡਾਇਰੈਕਸ਼ਨ ਦੇਣੀ ਜਾਂ ਉਹਨੂੰ ਸਲਾਹ ਦੇਣੀ। ਇੱਕ ਹੁੰਦਾ ਵੀ ਕੋਈ ਬੰਦਾ, ਸਾਨੂੰ ਪਤਾ ਹੈ ਵੀ ਇਹ ਖੂਹ 'ਚ ਡਿੱਗ ਰਿਹਾ, ਅੱਖਾਂ ਇਹਨੇ ਬੰਦ ਕੀਤੀਆਂ ਹੋਈਆਂ ਨੇ ਅਤੇ ਇਹ ਡਿੱਗ ਪਏਗਾ, ਨੇ ਇੱਕ ਕਦਮ ਹੋਰ ਪੁੱਟਿਆ ਅਤੇ ਇਹ ਖੂਹ 'ਚ ਜਾ ਪਏਗਾ। ਤਾਂ ਦੂਰ ਖੜ੍ਹਾ ਹੈ ਕੋਈ ਵਿਅਕਤੀ ਅਤੇ ਉਹ ਉੱਚੀ ਉੱਚੀ ਆਵਾਜ਼ਾਂ ਦਿੰਦਾ ਵੀ ਰੁਕ ਰੁਕ ਰੁਕ। ਉਹਨੂੰ ਪੁਕਾਰ ਕਰਨਾ ਕਹਿੰਦੇ ਨੇ। ਨਾਨਕ ਕਹਿਤ ਪੁਕਾਰ ਕਹਿ ਗਉ ਪ੍ਰਭ ਸ਼ਰਨਾਈ। ਕੀ ਉਪਦੇਸ਼ ਹੈ, ਕੀ ਸੁਣਨਾ ਹੈ? ਸਤਿਗੁਰੂ ਨੇ ਆਖਿਆ, ਇਹ ਉਪਦੇਸ਼ ਸੁਣ ਕਿ ਹੇ ਭਾਈ, ਪ੍ਰਭੂ ਦੀ ਸ਼ਰਨ ਲੈ। ਗਉ ਦਾ ਮਤਲਬ ਹੈ ਪਕੜ ਰੱਖ, ਸਾਂਝ ਬਣਾ, ਜੋੜ ਬਣਾ। ਪ੍ਰਭ ਸ਼ਰਨਾਈ, ਪ੍ਰਭੂ ਦੀ ਸ਼ਰਨ ਵਿੱਚ, ਭਾਵ ਅਕਾਲ ਪੁਰਖ ਪਰਮੇਸ਼ਰ ਦੇ ਸਾਹਵੇਂ ਆਪਣੇ ਸਿਰਜਣਹਾਰੇ ਨੂੰ ਆਪਣਾ ਵਜੂਦ ਸਮਰਪਿਤ ਕਰਕੇ ਜੀ, ਆਪਣਾ ਆਪ ਉਹਨੂੰ ਭੇਟ ਕਰ, ਸ਼ਰਨ ਅਖਤਿਆਰ ਕਰ। ਹਉਮੈ ਤੇ ਗੁਰੂਰ ਤੋਂ ਮੁਕਤ ਹੋ। ਸਾਹਿਬ ਕਿਰਪਾ ਕਰਨ, ਇਹ ਮੁਬਾਰਕ ਉਪਦੇਸ਼ ਸਾਡੇ ਸਭਨਾਂ ਦੇ ਜੀਵਨ ਦਾ ਆਧਾਰ ਬਣੇ, ਆਸਰਾ ਬਣੇ। ਪਾਤਸ਼ਾਹ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਅਦਬ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।